इस तरह ਆਪਾਂ ਕਵੀ ਦੀ ਕਵਿਤਾ ਜਿਹੜੀ ਪੜ੍ਹਨੀ ਸ਼ੁਰੂ ਕਰਦੇ ਹਾਂ। ਕਿਸੇ ਵੀ ਕਵਿਤਾ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਉਸ ਦੀਆਂ ਕਵਿਤਾ ਦੀਆਂ ਤੁਕਾਂ ਜਿਹੜੀਆਂ ਨੇ ਧਿਆਨ ਨਾਲ ਪੜ੍ਹਨੀਆਂ ਚਾਹੀਦੀਆਂ ਨੇਗੀਆਂ ਅਤੇ ਕੁਝ ਸ਼ਬਦ ਨੇਗੇ ਜਿਹੜੇ ਉਹਨਾਂ ਦੇ ਅਰਥ ਸਾਨੂੰ ਪਤਾ ਹੋਣੇ ਚਾਹੀਦੇ ਨੇਗੇ। ਜਿਵੇਂ ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੋਹਲ ਪਤਲੀਆਂ ਚੰਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀਂ। ਇਹਨਾਂ ਲਾਈਨਾਂ ਵਿੱਚ ਕਵੀ ਪ੍ਰੋਫੈਸਰ ਮੋਹਨ ਸਿੰਘ ਤਾਜ ਮਹਿਲ ਦੀ ਸੁੰਦਰਤਾ ਦਾ ਬਿਆਨ ਕਰਦੇ ਹੋਏ ਸਾਨੂੰ ਕਹਿ ਰਹੇ ਹਨ ਕਿ ਦੁੱਧ ਚਿੱਟੇ ਰੰਗ ਵਰਗੀਆਂ ਮਰਮਰਾਂ ਸੰਗਮਰਮਰ, ਕਿਉਂਕਿ ਤਾਜ ਮਹਿਲ ਜਿਹੜਾ ਸੰਗਮਰਮਰ ਦਾ ਬਣਿਆ ਹੋਇਆ ਕਿ ਜਿਹੜਾ ਤਾਜ ਮਹਿਲ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ। ਰਾਤ ਦੇ ਸਮੇਂ ਦੇ ਵਿੱਚ ਸੋਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ। ਰਾਤ ਦੇ ਸਮੇਂ ਦੇ ਵਿੱਚ ਕਵੀ ਜਦੋਂ ਸੁੰਦਰਤਾ ਨੂੰ ਮਾਣ ਰਿਹਾ ਤਾਂ ਉਹਨੂੰ ਇੰਝ ਲੱਗ ਰਿਹਾ ਹੈ ਕਿ ਜਿਹੜੇ ਚੰਨ ਦੀਆਂ ਰਿਸ਼ਮਾਂ ਨੇ, ਰੌਸ਼ਨੀ ਹੈ, ਉਹ ਤਾਜ ਮਹਿਲ ਦੇ ਗਲ ਵਿੱਚ ਬਾਹਾਂ ਪਾ ਕੇ ਬੇਪਰਵਾਹ ਹੋ ਕੇ ਸੁੱਤੀਆਂ ਹੋਣ। ਚੰਨ ਦੀਆਂ ਰਿਸ਼ਮਾਂ, ਜਿਵੇਂ ਸੂਰਜ ਦੀਆਂ ਅਸੀਂ ਕਿਰਨਾਂ ਕਹਿੰਦੇ ਹਾਂ, ਉਵੇਂ ਚੰਨ ਦੀਆਂ ਰਿਸ਼ਮਾਂ ਹੁੰਦੀਆਂ ਨੇ। ਤਾਂ ਕਵੀ ਕਹਿੰਦਾ ਰਾਤ ਦੇ ਸਮੇਂ ਦੇ ਵਿੱਚ ਤਾਜ ਮਹਿਲ ਦੀ ਸੁੰਦਰਤਾ ਦਾ ਨਜ਼ਾਰਾ ਕੁਝ ਇਸ ਤਰ੍ਹਾਂ ਦਾ ਹੈ ਕਿ ਰਾਤ ਦੇ ਸਮੇਂ ਦੇ ਵਿੱਚ ਚੰਨ ਦੀਆਂ ਰਿਸ਼ਮਾਂ ਉਸ ਨੂੰ ਬੇਪਰਵਾਹ ਹੋ ਕੇ ਤਾਜ ਮਹਿਲ ਦੇ ਗਲ ਵਿੱਚ ਬਾਹਾਂ ਪਾ ਕੇ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ ਹੋਣ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗਲੂੰਦੇ, ਘਾਹ ਦੇ ਸੋਲ ਸੀਨਿਆਂ ਉੱਤੇ ਸਵਾਦ ਹੋਣਗੇ। ਅਗਲੀਆਂ ਲਾਈਨਾਂ ਵਿੱਚ ਕਵੀ ਆਲੇ ਦੁਆਲੇ ਦੇ ਵਾਤਾਵਰਨ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਉਸ ਸਮੇਂ ਤਾਜ ਮਹਿਲ ਦੇ ਜਿਹੜੇ ਆਲੇ ਦੁਆਲੇ ਬਿਰਛ ਬੂਟੇ ਲੱਗੇ ਹੋਏ ਸੀ, ਉਹ ਵੀ ਇੰਝ ਲੱਗ ਰਿਹਾ ਸੀ ਕਵੀ ਨੂੰ ਜਿਵੇਂ ਨਸ਼ੇ ਦੇ ਨਾਲ ਕੋਈ ਝੂਮ ਰਿਹਾ ਹੋਵੇ। ਪਰ ਚਾਨਣੀ ਰਾਤ ਦੇ ਵਿੱਚ ਤਾਜ ਮਹਿਲ ਦਾ ਸੁੰਦਰਤਾ ਦਾ ਨਜ਼ਾਰਾ ਜਿਹੜਾ ਬੜਾ ਸੋਹਣਾ ਸੀ। ਜਿਹੜੇ ਦਰਖਤ ਸੀ, ਜਿਹੜੇ ਕੋਲੇ ਬੂਟੇ ਖੜ੍ਹੇ ਸੀਗੇ, ਉਹ ਘਾਹ ਦੇ ਉੱਪਰ ਉਹਨਾਂ ਦੇ ਪਰਛਾਵੇਂ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਨਸ਼ੇ ਦੇ ਨਾਲ ਕੋਈ ਝੂਮਦਾ ਹੋਵੇ। ਲੱਗ ਟਾਹਣਾਂ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਬਲੇਵੇਂ ਬਣੀਆਂ। ਅਗਲੀਆਂ ਲਾਈਨਾਂ ਵਿੱਚ ਕਵੀ ਪ੍ਰੋਫੈਸਰ ਮੋਹਨ ਸਿੰਘ ਕਹਿ ਰਹੇ ਹਨ ਕਿ ਉੱਥੇ ਰਾਤ ਦੇ ਸਮੇਂ ਦੇ ਵਿੱਚ ਜਿਹੜੇ ਉੱਥੇ ਵੇਲਾਂ ਬੂਟੇ ਲੱਗੇ ਹੋਏ ਸੀ, ਉਹ ਟਾਹਣੀਆਂ ਜਿਹੜੀਆਂ ਵੇਲਾਂ ਦੀਆਂ ਸੀ, ਉਹ ਵੱਡੇ ਦਰਖਤਾਂ ਦੇ ਟਾਹਣਾਂ ਦੇ ਨਾਲ ਗਲ ਵਿੱਚ ਬਾਹਾਂ ਪਾ ਕੇ ਬੇਪਰਵਾਹ ਹੋ ਕੇ ਸੁੱਤੀਆਂ ਸਨ। ਅਤੇ ਜਿਹੜੀਆਂ ਵੇਲਾਂ ਨੇਗੀਆਂ ਉਹਨਾਂ ਦੇ ਗਲ ਕਲੀਆਂ ਲੱਗੀਆਂ ਹੋਈਆਂ ਸਨ, ਭਾਵ ਵੇਲਾਂ 'ਤੇ ਕਲੀਆਂ ਲੱਗੀਆਂ ਹੋਈਆਂ ਸਨ। ਉਹਨਾਂ ਕਲੀਆਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਗੰਧਾਂ, ਭਾਵ ਖੁਸ਼ਬੂਆਂ ਜਿਹੜੀਆਂ ਆ ਰਹੀਆਂ ਸਨ। ਨੀਂਦ ਬਲੇਵੇਂ ਵਲੀਆਂ, ਭਾਵ ਉੱਥੇ ਦਾ ਜਿਹੜਾ ਰਾਤ ਦਾ ਵਾਤਾਵਰਨ ਸੀਗਾ ਉਹ ਬੜਾ ਹੀ ਮਨ ਨੂੰ ਲੁਭਾਉਣ ਵਾਲਾ ਸੀ। ਇਸ ਤਰ੍ਹਾਂ ਅੱਗੇ ਕਵੀ ਕਹਿ ਰਹੇ ਹਨ, ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਤੇ ਸਾਵੇ, ਨੀਂਦ ਵਿਗੁੱਤੀ ਜਲਧਾਰਾ ਨੂੰ ਬੰਨੀ ਵਿੱਚ ਕਲਾਵੇ। ਇਸ ਤਰ੍ਹਾਂ ਜਮਨਾ ਨਦੀ ਦੇ ਕੰਢੇ 'ਤੇ ਤਾਜ ਮਹਿਲ ਜਿਹੜਾ ਬਣਿਆ ਹੋਇਆ ਹੈ, ਉਹ ਜਮਨਾ ਨਦੀ ਦੇ ਆਲੇ ਦੁਆਲੇ ਜਿਹੜੇ ਕੰਢੇ ਨੇਗੇ ਉਹ ਹਰੇ ਭਰੇ ਤੇ ਸਾਵੇ ਨੇ, ਭਾਵ ਹਰਾ ਭਰਾ ਵਾਤਾਵਰਨ ਮਨ ਨੂੰ ਸੋਹਣਾ ਲੱਗ ਰਿਹਾ। ਨੀਂਦ ਵਿਗੁੱਤੀ ਜਲਧਾਰਾ ਨੂੰ, ਨੀਂਦ ਵਿਗੁੱਤੀ ਦਾ ਮਤਲਬ ਜਿਹਦੀ ਨੀਂਦ ਨੂੰ ਕਿਸੇ ਨੇ ਚੁਰਾ ਲਿਆ ਹੋਵੇ। ਜਿਵੇਂ ਜਿਹੜੀ ਜਲਧਾਰਾ ਜਿਹੜੀ ਉਸ ਜਮਨਾ ਨਦੀ ਦੇ ਵਿੱਚੋਂ ਵਹਿ ਰਹੀ ਆ, ਕਵੀ ਕਹਿੰਦਾ ਇੰਝ ਲੱਗ ਰਿਹਾ ਜਿਵੇਂ ਉਸ ਦੀ ਨੀਂਦ ਨੂੰ ਕਿਸੇ ਨੇ ਚੁਰਾ ਲਿਆ ਹੋਵੇ ਅਤੇ ਉਹ ਆਪਣੇ ਕਲਾਵੇ ਵਿੱਚ ਬੰਨ੍ਹ ਕੇ ਇਸ ਸੋਹਣੇ ਵਾਤਾਵਰਨ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਹੋਵੇ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਣੋ ਜਮਨਾ ਹਰਨ ਵਾਸਤੇ ਮੁੱਕਲ ਵਿੱਚੋਂ ਲੁਕਾਇਆ। ਅਗਲੀਆਂ ਲਾਈਨਾਂ ਵਿੱਚ ਕਵੀ ਪ੍ਰੋਫੈਸਰ ਮੋਹਨ ਸਿੰਘ ਤਾਜ ਮਹਿਲ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਕਹਿ ਰਹੇ ਹਨ ਕਿ ਤਾਜ ਮਹਿਲ ਦਾ ਜਿਹੜਾ ਸਾਇਆ, ਭਾਵ ਪਰਛਾਵਾਂ, ਉਹ ਜਮਨਾ ਨਦੀ ਦੇ ਪਾਣੀ ਦੇ ਵਿੱਚ ਬੜਾ ਸ਼ਾਂਤ ਸੁੱਤਾ ਹੋਇਆ ਦਿਖਾਈ ਦੇ ਰਿਹਾ ਹੈ। ਜਾਣੋ, ਕਵੀ ਕਹਿੰਦਾ ਮੰਨੋ ਇਸ ਤਰ੍ਹਾਂ ਲੱਗ ਰਿਹਾ ਹੈ ਜਮਨਾ ਹਰਨ ਵਾਸਤੇ, ਜਿਵੇਂ ਜਮਨਾ ਨਦੀ ਇਸ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੀ ਬੁੱਕਲ ਦੇ ਵਿੱਚ ਲੁਕਾ ਕੇ ਆਪਣੇ ਨਾਲ ਲੈ ਜਾਣਾ ਚਾਹੁੰਦੀ ਹੋਵੇ। ਜਮਨਾ ਨਦੀ ਜਾਣੋ ਜਿਵੇਂ ਇਸ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੀ ਬੁੱਕਲ ਦੇ ਵਿੱਚ ਲੁਕਾ ਕੇ ਆਪਣੇ ਨਾਲ ਲੈ ਜਾਣਾ ਚਾਹੁੰਦੀ ਹੋਵੇ। ਐਪਰ ਦੂਰ ਸਾਗਰਾਂ ਵੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਅਗਲੀਆਂ ਲਾਈਨਾਂ ਵਿੱਚ ਕਵੀ ਪ੍ਰੋਫੈਸਰ ਮੋਹਨ ਸਿੰਘ ਕਹਿ ਰਹੇ ਹਨ ਕਿ ਜਦੋਂ ਇਹ ਜਲ ਧਾਰਾ ਜਿਹੜੀ ਹੈਗੀ ਆ ਜਮਨਾ ਨਦੀ ਦੇ ਵਿੱਚ ਜਿਹੜੀ ਵਹਿਣ ਦੀ ਜਲ ਧਾਰਾ, ਉਹ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਸਾਗਰਾਂ ਵੱਲ ਨੱਸਣ ਲੱਗੀ, ਕਿਉਂਕਿ ਨਦੀਆਂ ਦਾ ਪਾਣੀ ਸਾਗਰਾਂ ਦੇ ਵਿੱਚ ਜਾ ਕੇ ਮਿਲਣਾ। ਤਾਂ ਕਵੀ ਕਹਿੰਦਾ ਹੈ ਕਿ ਜਦੋਂ ਉਹ ਜਲ ਧਾਰਾ ਜਿਹੜੀ ਜਮਨਾ ਨਦੀ ਦੀ ਵਹਿ ਰਹੀ ਸੀ, ਉਹ ਤਾਜ ਮਹਿਲ ਦੇ ਪਰਛਾਵੇਂ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਜਾਣ ਲੱਗੀ, ਤਾਂ ਕਵੀ ਕਹਿੰਦਾ ਮੈਨੂੰ ਇੰਝ ਲੱਗ ਰਿਹਾ ਜਿਵੇਂ ਕਿਸੇ ਨੇ ਜਾਦੂ ਟੂਣਾ ਕਰਕੇ ਕੋਈ ਜੰਤਰ ਪੜ੍ਹ ਕੇ ਉਸ ਦੀ ਟੋਰ ਨੂੰ ਬੰਨ੍ਹ ਦਿੱਤਾ ਹੋਵੇ। ਭਾਵੇਂ ਇਸ ਤਰੀਕੇ ਦੇ ਨਾਲ ਉਹ ਤਾਜ ਮਹਿਲ ਦਾ ਪਰਛਾਵਾਂ ਪਾਣੀ ਦੇ ਵਿੱਚ ਉਹਨੂੰ ਉਸੇ ਤਰ੍ਹਾਂ ਹੀ ਦਿਖਾਈ ਦੇ ਰਿਹਾ, ਭਾਵੇਂ ਜਲ ਧਾਰਾ ਜਿਹੜੀ ਵਹਿ ਰਹੀ ਹੈ।